हेलो गुड मॉर्निंग स्टूडेंट ये जोड़ा वीडियो है BCA वाले स्टूडेंट जोड़े कि मैनेजमेंट इन्फॉर्मेशन सिस्टम सबजैक्ट के आप बना रहे हैं। ठीक है, मैनेजमेंट इन्फॉर्मेशन के काफ़ी ज़्यादा टॉपिक अपने हो गए सी। अज जो आप टॉपिक शुरू करना है वो अपना टॉपिक है स्ट्रक्चर्ड एनालिसिस। स्ट्रक्चर्ड एनालिसिस के नाल दे टूल्स भी डिस्कस करांगे। पहला आप देखते हैं स्ट्रक्चर्ड एनालिसिस हुंदा की है। In analyzing the present system and likely future requirement of the proposed system, the analysis collects a great deal of relatively unstructured data through procedure, manuals, interviews, questionnaires and other sources. ਕਹਿੰਦੇ ਕੁਛ ਵੀ ਸਿਸਟਮ ਨੂੰ ਫਿਊਚਰ ਰਿਕੁਆਇਰਮੈਂਟ ਪੂਰੀਆਂ ਕਰਨ ਲਈ ਜਿਹੜਾ ਇੱਕ ਐਨਾਲਿਸਟ ਹੁੰਦਾ ਜਿਹੜਾ ਕਿ ਇੱਕ ਆਪਣਾ ਪੂਰਾ ਡਾਕੂਮੈਂਟ ਪ੍ਰਿਪੇਅਰ ਕਰਦਾ ਹੈ ਉਹਨੂੰ ਕੁਛ ਨਾ ਕੁਛ ਇਨਫੋਰਮੇਸ਼ਨ ਕੁਛ ਨਾ ਕੁਛ ਡਾਟਾ ਚਾਹੀਦਾ ਹੁੰਦਾ। ਉਹ ਅਨਸਟਰਕਚਰ ਡਾਟਾ ਕਿਹਦੇ ਥਰੂ ਜਾਂ ਜੇ ਇੰਟਰਵਿਊ ਦੇ ਥਰੂ ਇਕੱਠਾ ਕਰ ਲੈਂਦਾ ਹੈ ਜਾਂ ਕੁਐਸ਼ਨਰੀਜ਼ ਦੇ ਥਰੂ ਜਿਹੜੇ ਆਪਾਂ ਉੱਪਰ ਪੜ੍ਹੇ ਸੀ ਉਹਨਾਂ ਦੇ ਥਰੂ ਆਪਾਂ ਡਾਟਾ ਦੀ ਜਿਹੜੀ ਹੈ ਕਲੈਕਸ਼ਨ ਕਰ ਲੈਂਦੇ ਆ। The traditional approach is to organize, convert the data through system flow chart and development of the simplified communication with users। ਜਿਹੜੇ ਆਪਾਂ ਪੁਰਾਣਾ ਸਿਸਟਮ ਦੇਖੀਏ, ਪੁਰਾਣੇ ਸਿਸਟਮ ਦੇ ਵਿੱਚ ਜਿਹੜੇ ਡਾਟਾ ਕਲੈਕਸ਼ਨ ਹੋ ਜਾਂਦੀ ਸੀ ਇਹਨੂੰ ਫਲੋ ਚਾਰਟ ਦੀ ਫਾਰਮ ਦੇ ਵਿੱਚ ਰੱਖ ਲਿਆ ਜਾਂਦਾ ਸੀ, ਯੂਜ਼ਰ ਨਾਲ ਕਮਿਊਨੀਕੇਟ ਕਰ ਲਿਆ ਜਾਂਦਾ ਸੀ। ਹਾਊਐਵਰ ਸਿਸਟਮ ਫਲੋ ਚਾਰਟ ਰਿਪਰੈਜ਼ੈਂਟ ਆ ਫਿਜ਼ੀਕਲ ਰੇਦਰ ਦੈਨ ਅ ਲੌਜੀਕਲ ਸਿਸਟਮ। ਤਾਂ ਕਹਿੰਦੇ ਜਿਹੜਾ ਫਲੋ ਚਾਰਟ ਸੀ ਉਹ ਫਿਜ਼ੀਕਲ ਸਿਸਟਮ ਨੂੰ ਰਿਪਰੈਜ਼ੈਂਟ ਕਰਦਾ ਸੀ, ਉਹਦੇ ਵਿੱਚ ਲੌਜਿਕ ਬਹੁਤ ਜ਼ਿਆਦਾ ਘੱਟ ਹੁੰਦੇ ਸੀ। ਤਾਂ ਇਸ ਲਈ ਕਹਿੰਦੇ ਨਵੇਂ ਨਵੇਂ ਸਟਰਕਚਰ ਟੂਲ ਜਿਹੜੇ ਹੈਗੇ ਆ ਆਪਣੇ ਕੋਲ ਆਉਣ ਲੱਗੇ ਜਿਨ੍ਹਾਂ ਨੂੰ ਆਪਾਂ ਫੋਲੋ ਕਰਕੇ ਇੱਕ ਵਧੀਆ ਜਿਹੜਾ ਡਾਟਾ ਸਟਰਕਚਰ ਤਿਆਰ ਕਰ ਸਕਦੇ ਸੀ। ਤਾਂ ਉਹਦੇ ਵਿੱਚ ਕਿਹੜੀਆਂ ਫੀਚਰਸ ਹੈ ਸਟਰਕਚਰ ਐਨਾਲਿਸਿਸ ਹੈ। ਫੋਲੋਇੰਗ ਫੀਚਰ ਪਹਿਲੀ ਹੈਗੀ ਹੈ ਸਟਰਕਚਰ ਐਨਾਲਿਸਿਸ ਇਜ਼ ਅ ਗ੍ਰਾਫਿਕਸ ਦੈਟ presents a picture of what is being specified in a conceptually easy to understand presentation of the application। ਕਹਿੰਦੇ ਸਟਰਕਚਰ ਐਨਾਲਿਸਿਸ ਦੇ ਵਿੱਚ ਆਪਾਂ ਗ੍ਰਾਫਿਕਲੀ ਡਾਟਾ ਨੂੰ ਰਿਪਰੈਜ਼ੈਂਟ ਕਰ ਸਕਦੇ ਹਾਂ। ਗ੍ਰਾਫਿਕਲੀ ਚੀਜ਼ਾਂ ਜਿਹੜੀਆਂ ਰਿਪਰੈਜ਼ੈਂਟ ਕੀਤੀਆਂ ਨੇ ਉਹਨਾਂ ਨੂੰ ਸਮਝਣਾ, ਪੜ੍ਹਨਾ, ਲਿਖਣਾ ਸਭ ਸੌਖਾ ਹੋ ਜਾਂਦਾ ਹੈ। ਦ ਪ੍ਰੋਸੈਸ ਯੂਜ਼ ਇਨ ਸਟਰਕਚਰ ਐਨਾਲਿਸਿਸ ਪਾਰਟੀਸ਼ਨ so that a clear picture of progression on the general specified system flow emerges। ਇਸ ਤੋਂ ਇਲਾਵਾ ਕਹਿੰਦੇ ਕੋਈ ਪ੍ਰੋਗਰੈਸ ਕਿਸ ਤਰ੍ਹਾਂ ਦੀ ਹੋਈ ਹੈ ਸਿਸਟਮ ਦੀ, ਠੀਕ ਹੈ, ਉਹ ਆਪਾਂ ਨੂੰ ਪਾਰਟੀਸ਼ਨ ਕਿਵੇਂ ਕੀਤੀ ਹੋਈ ਹੈ, ਕਿਹੜੇ ਹਿੱਸਿਆਂ 'ਚ ਡਿਵਾਈਡ ਕੀਤਾ ਹੋਇਆ, ਉਹ ਸਾਰੀ ਇਨਫੋਰਮੇਸ਼ਨ ਮਿਲ ਜਾਂਦੀ ਹੈ। ਸਟਰਕਚਰਡ ਐਨਾਲਿਸਿਸ ਇਜ਼ ਅ ਲੌਜੀਕਲ ਰੇਦਰ ਦੈਨ ਫਿਜ਼ੀਕਲ। ਤਾਂ ਆਪਾਂ ਪਹਿਲਾਂ ਕਿਹਾ ਸੀ ਨਾ ਵੀ ਜਿਹੜਾ ਪਹਿਲਾਂ ਸਿਸਟਮ ਟ੍ਰੈਡੀਸ਼ਨਲ ਸੀ ਉਹ ਅਨਸਟਰਕਚਰਡ ਹੁੰਦਾ ਸੀ ਅਤੇ ਉਹ ਫਿਜ਼ੀਕਲ 'ਤੇ ਬੇਸਡ ਹੁੰਦਾ ਸੀ, ਜਦਕਿ ਸਟਰਕਚਰਡ ਕੀ ਹੈ ਲੌਜੀਕਲ 'ਤੇ ਬੇਸਡ ਹੁੰਦਾ ਹੈ। ਇਨ ਸਟਰਕਚਰ ਐਨਾਲਿਸਿਸ ਸਰਟਨ ਟਾਸਕ ਆਰ ਨਾਰਮਲੀ ਕੈਰੀਡ ਆਊਟ ਲੇਟ ਇਨ ਦਾ ਸਿਸਟਮ ਡਿਵੈਲਪਮੈਂਟ ਐਂਡ ਅੰਡਰਟੇਕਨ ਇਨ ਦਾ ਐਨਾਲਿਸਿਸ ਫੇਜ਼। ਇਹਦੇ ਵਿੱਚ ਕੀ ਹੈ ਪੂਰਾ ਐਨਾਲਿਸਿਸ ਕੀਤਾ ਜਾਂਦਾ ਹੈ, ਛਾਨਬੀਨ ਕੀਤੀ ਜਾਂਦੀ ਹੈ ਇਹ ਸਿਸਟਮ ਫੇਜ਼ ਦੇ ਦੌਰਾਨ। ਤਾਂ ਟੂਲਸ ਕਿਹੜੇ ਆ ਸਟਰਕਚਰ ਐਨਾਲਿਸਿਸ ਦੇ ਆਪਣੇ ਕੋਲ ਜਿਹੜੇ ਹੈਗੇ ਆ 5 ਤਰ੍ਹਾਂ ਦੇ ਟੂਲ ਦਿੱਤੇ ਹੋਏ ਆ। ਡਾਟਾ ਫਲੋ ਡਾਇਗ੍ਰਾਮ, ਡਾਟਾ ਡਿਕਸ਼ਨਰੀ, ਸਟਰਕਚਰਡ ਇੰਗਲਿਸ਼, ਡਿਸੀਜਨ ਟਰੀ ਅਤੇ ਡਿਸੀਜਨ ਟੇਬਲ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਡਾਟਾ ਫਲੋ ਡਾਇਗ੍ਰਾਮ ਜਿਹਨੂੰ ਆਪਾਂ DFD ਦੇ ਨਾਮ ਨਾਲ ਜਾਣਿਆ ਜਾਂਦਾ। ਸ਼ਾਰਟ ਫਾਰਮ ਹੁੰਦੀ ਹੈ ਜਿਹੜੀ DFD, ਕਈ ਵਾਰ ਪੇਪਰ 'ਚ ਐਂ ਵੀ ਪੁੱਛ ਲੈਂਦੇ ਵਟ ਇਜ਼ DFD। ਤਾਂ DFD ਸਟਰਕਚਰ ਐਨਾਲਿਸਿਸ ਟੂਲ ਹੈ, ਫੁੱਲ ਫਾਰਮ ਇਹਦੀ ਹੈਗੀ ਹੈ ਡਾਟਾ ਫਲੋ ਡਾਇਗ੍ਰਾਮ। A data flow diagram is a graphical representation normally designed by a system analyst and used to reference point by programmer which prioritizes to flow of the data through information system। डाटा फ्लो डायग्राम ਦੇ ਵਿੱਚ ਕੀ ਹੈ ਕਹਿੰਦੇ ਕੋਈ ਵੀ ਇਨਫੋਰਮੇਸ਼ਨ ਹੈ ਉਹਨੂੰ ਆਪਾਂ ਇੱਕ ਫਲੋ ਦੇ ਵਿੱਚ ਰਿਪਰੈਜ਼ੈਂਟ ਕਰਨਾ, ਕਿਸੇ ਵੀ ਡਾਟਾ ਨੂੰ ਇੱਕ ਫਲੋ ਦੇ ਵਿੱਚ ਰਿਪਰੈਜ਼ੈਂਟ ਕਰਨਾ, ਅਪਰ ਟੂ ਲੋਅਰ, ਲੋਅਰ ਟੂ ਅਪਰ, ਠੀਕ ਹੈ, ਤਾਂ ਉਹਨੂੰ ਆਪਾਂ ਡਾਟਾ ਫਲੋ ਕਹਿ ਦਿੰਦੇ ਹਾਂ। ਇਟ ਇਜ਼ ਪ੍ਰਾਇਮਲੀ ਯੂਜ਼ ਫॉर ਵਿਜ਼ੂਅਲਾਈਜੇਸ਼ਨ ਆਫ ਡਾਟਾ ਪ੍ਰੋਸੈਸਿੰਗ ਫॉर ਦ ਸਟਰਕਚਰ ਡਿਜ਼ਾਈਨ ਆਫ ਇਨਫੋਰਮੇਸ਼ਨ ਸਿਸਟਮ। ਕਿਸੇ ਇਨਫੋਰਮੇਸ਼ਨ ਨੂੰ ਇੱਕ ਸਟਰਕਚਰਡ ਫਾਰਮ ਦੇ ਦੋ ਫਾਰਮਸ ਹੁੰਦੀਆਂ ਨੇ ਸਟਰਕਚਰਡ ਅਤੇ ਅਨਸਟਰਕਚਰਡ, ਕਿਸੇ ਚੀਜ਼ ਨੂੰ ਸਟਰਕਚਰਡ ਫਾਰਮ ਦੇ ਵਿੱਚ ਰਿਪਰੈਜ਼ੈਂਟ ਕਰਨ ਲਈ ਆਪਾਂ ਇਹਨੂੰ ਯੂਜ਼ ਕਰਦੇ ਹਾਂ। ਇਟ ਇਜ਼ ਅ ਕਾਮਨ ਪ੍ਰੈਕਟਿਸ ਫॉर ਡਾਟਾਬੇਸ ਡਿਜ਼ਾਈਨਰ ਟੂ ਬਿਗਿਨ ਦ ਪ੍ਰੋਸੈਸ ਬਾਈ ਡਰਾਇੰਗ ਅ ਕੰਟੈਕਸਟ ਲੈਵਲ DFD ਵਿਚ ਸ਼ੋ ਦਾ ਇੰਟਰੈਕਸ਼ਨ ਬਿਟਵੀਨ ਦ ਸਿਸਟਮ ਐਂਡ ਆਊਟਸਾਈਡ ਐਂਟਰੀਜ਼। ਇਹ ਕੀ ਕਰਦਾ ਆਪਾਂ ਨੂੰ ਡਾਟਾ ਫਲੋ ਡਾਇਗ੍ਰਾਮ ਇਨਰ ਅਤੇ ਆਊਟਰ ਜਿਹੜੀਆਂ ਫੈਸਿਲਿਟੀਜ਼ ਉਹਨਾਂ ਦੀ ਜਿਹੜੀ ਲਿੰਕੇਜ ਦਾ ਕੰਮ ਹੈ ਉਹ ਆਪਾਂ ਨੂੰ ਸ਼ੋ ਕਰਾਉਂਦਾ ਹੈ। ਦਿਸ ਇਜ਼ ਆਲਸੋ ਕਾਲਡ ਅ ਬੱਬਲ ਚਾਰਟ। ਇਹਨੂੰ ਆਪਾਂ ਬੱਬਲ ਚਾਰਟ ਵੀ ਕਹਿ ਦਿੰਦੇ ਹਾਂ। ਕਿਹਨੂੰ DFD ਨੂੰ ਅਨਦਰ ਨੇਮ ਇਹਦਾ ਕੀ ਹੈ ਬੱਬਲ ਚਾਰਟ। ਅਤੇ ਇਹਦੇ ਵਿੱਚ ਕੀ ਹੁੰਦਾ ਇਟ ਹੈਜ਼ 4 ਸਿੰਬਲ। ਇਹਦੇ ਵਿੱਚ 4 ਸਿੰਬਲ ਯੂਜ਼ ਹੁੰਦੇ ਆ। ਸਕੇਅਰ ਦੇ ਵਿੱਚ ਕੀ ਹੁੰਦਾ ਡਿਫਾਈਨ ਸੋਰਸਿਸ, ਐਰੋ ਡਿਫਾਈਨ ਡਾਟਾ ਫਲੋ, ਸਰਕਲ ਡਿਫਾਈਨ ਪ੍ਰੋਸੈਸ ਐਂਡ ਓਪਨ ਟ੍ਰਾਇੰਗਲ ਡਿਫਾਈਨ ਡਾਟਾ ਸਟੋਰੇਜ। ਇਟ ਇਜ਼ ਅ ਸਟਾਰਟਿੰਗ ਪੁਆਇੰਟ ਇਨ ਦ ਸਿਸਟਮ ਡਿਜ਼ਾਈਨ ਟੂ ਡੀਕੰਪੋਜ਼ ਰਿਕੁਆਇਰਮੈਂਟ ਟੂ ਦ ਲੋਐਸਟ ਲੈਵਲ ਆਫ ਡਿਟੇਲ। ਨੀਚਲੇ ਲੈਵਲ ਤੱਕ, ਲੋਐਸਟ ਲੈਵਲ ਤੱਕ ਡਿਟੇਲ ਨੂੰ ਲੈ ਕੇ ਜਾਣ ਦੇ ਵਿੱਚ ਇਹ ਹੈਲਪਫੁਲ ਹੁੰਦਾ ਹੈ। ਇਟ ਆਈਡੈਂਟੀਫਾਈ ਮੇਜਰ ਟਰਾਂਸਫੋਰਮੇਸ਼ਨ ਦੈਟ ਇਵੈਂਚੁਅਲੀ ਬਿਕਮ ਪ੍ਰੋਗਰਾਮਸ ਇਨ ਅ ਸਿਸਟਮ ਡਿਜ਼ਾਈਨ। ਉਸ ਤੋਂ ਇਲਾਵਾ ਕਹਿੰਦੇ ਕੋਈ ਵੀ ਟਰਾਂਸਫੋਰਮੇਸ਼ਨ ਹੁੰਦੀ ਹੈ ਉਹਨੂੰ ਦੇਖਣ ਦੇ ਵਿੱਚ ਆਪਣੇ ਲਈ ਕਾਫੀ ਹੈਲਪਫੁਲ ਹੁੰਦਾ ਹੈ। ਇਟ ਕੰਸਿਸਟ ਆਫ ਅ ਸੀਰੀਜ਼ ਆਫ ਬਬਲਸ ਜੁਆਇਨ ਬਾਈ ਬਬਲਸ ਰਿਪਰੈਜ਼ੈਂਟ ਟਰਾਂਸਫਰ। ਬਬਲਸ ਮਤਲਬ ਜਿਹੜੇ ਅਲੱਗ ਅਲੱਗ ਤਰ੍ਹਾਂ ਦੇ ਬਾਕਸ ਹੈ ਉਹਨਾਂ ਨੂੰ ਬਬਲਸ ਦਾ ਨਾਮ ਕੀਤਾ, ਉਹਨਾਂ ਨੂੰ ਜੁਆਇਨ ਕਰਕੇ ਇੱਕ ਇੱਕ ਡਾਟਾ ਫਲੋ ਜਿਹੜਾ ਹੈਗਾ ਉਹ ਡਿਫਾਈਨ ਕੀਤਾ ਜਾਂਦਾ। ਤਾਂ 4 ਬੇਸਿਕ ਸਿੰਬਲ ਦੇਖ ਲਏ। ਐਕਸਟਰਨਲ ਐਂਟਿਟੀ ਹੋ ਗਈ, ਡਾਟਾ ਫਲੋ ਐਰੋ ਦੇ ਦੁਆਰਾ ਰਿਪਰੈਜ਼ੈਂਟ ਹੋਇਆ, ਓਪਨ ਟ੍ਰਾਇੰਗਲ ਵਿੱਚ ਡਾਟਾ ਸਟੋਰੇਜ ਹੋ ਰਹੀ ਹੈ ਅਤੇ ਇਹ ਪ੍ਰੋਸੈਸ ਵਾਸਤੇ ਯੂਜ਼ ਹੋ ਰਿਹਾ।
ਹੁਣ ਉਸ ਤੋਂ ਬਾਅਦ ਕੀ ਕਰੇ ਤਾਂ ਐਕਸਟਰਨਲ ਐਂਟੀਟੀ ਕੀ ਹੈ, ਸਿੰਬਲ ਰਿਪਰੈਜ਼ੈਂਟ ਸੋਰਸ ਆਫ ਡਾਟਾ ਸਿਸਟਮ ਟੂ ਡੈਸਟੀਨੇਸ਼ਨ ਡਾਟਾ ਫਰੋਮ ਦ ਸਿਸਟਮ। ਇੱਕ ਸਿਸਟਮ ਤੋਂ ਲੈ ਕੇ ਇੱਕ ਡੈਸਟੀਨੇਸ਼ਨ ਤੱਕ ਜਿਹੜਾ ਡਾਟਾ ਪਹੁੰਚਾਉਣਾ ਉਹ ਆਪਾਂ ਕਿਹੜੇ ਬਾਕਸ ਦੇ ਵਿੱਚ ਯੂਜ਼ ਕਰਾਂਗੇ, ਐਕਸਟਰਨਲ ਐਂਟੀਟੀ ਦੇ ਵਿੱਚ ਯੂਜ਼ ਕਰਾਂਗੇ। ਐਕਸਟਰਨਲ ਐਂਟੀਟੀ ਡਿਟਰਮਾਈਨ ਦਾ ਸਿਸਟਮ ਬਾਉਂਡਰੀਜ਼, ਇਹ ਸਿਸਟਮ ਦੀਆਂ ਬਾਉਂਡਰੀਜ਼ ਕਿੱਥੇ ਕਿੱਥੇ ਮਤਲਬ ਆਪਾਂ ਕੀ ਆਪਣਾ ਏਰੀਆ ਹੈ ਕਿੱਥੇ ਆਪਾਂ ਰੁਕ ਸਕਦੇ ਹਾਂ, ਬਾਉਂਡਰੀਜ਼ ਡਿਫਾਈਨ ਕਰਨ ਦੇ ਵਿੱਚ ਹੈਲਪ ਕਰਦਾ ਹੈ। फिर आ गया डाटा फ्लो। डाटा फ्लो की है एरो लाइन्स, ये की रिप्रजेंट करती है मूवमेंट ऑफ डाटा, डाटा कितों तो कितों जा रहा है। डाटा फ्लो रिप्रजेंट द इनपुट ऑफ द डाटा फ्रॉम प्रोसैस, मतलब आप देखते ना एरो लगा देने इनपुट तो फिर प्रोसैसिंग हुई फिर आउटपुट। ये एरो की दसदी है भी डाटा फ्लो किमें तुहाडा हैगा जिहड़ा एक हिस्से तो दूसरे हिस्से तक पहुँच रहा है। डाटा स्टोर के विच की है, डाटा स्टोर सिंबल रिप्रजेंट डाटा इन इज़ नॉट ऑन मूविंग, जो डाटा मूव नहीं होंदा एक जगह ते स्टोर रहिंदा है। डाटा स्टोर आर रिस्पॉरिटिव फॉर द डाटा, डाटा टैंपरेरी और परमानेंटली रिकॉर्डेड विद द सिस्टम, चाहे कोई टैंपरेरी डाटा है चाहे परमानेंट डाटा है, वो एक बार डाटा स्टोरेज एरिया के विच जरूर जाएगा। जोड़ा तो परमानेंटली स्टोर करना वो सेव करके रख लिया जाएगा, टैंपरेरी अगे पास ऑन हो जाएगा। इट इज़ एन इन्वेंट्री ऑफ डाटा, एक तरह का इन्वेंट्री है, मतलब स्टॉक इन्वेंट्री उन्होंने चीज़ों को कहते हैं जिस स्टॉक करके रखा जाता, रिकॉर्ड करके रखा जाता है। देयर आर कॉमन लिंक बिटवीन द प्रोसैस मॉडल, ये प्रोसैस मॉडल के कॉमन लिंक बनाने हेल्प करता है। लास्ट वन इन्हें आ जाता प्रोसैस सिंबल। प्रोसैस सिंबल की करता है, रिप्रजेंट एन एक्टिविटी डैट ट्रांसफॉर्मेशन ट्रांसफॉर्म द मैनीपुलेट्स द डाटा, जी डाटा से मैनीपुलेशन होया कोई चेंजिज होया एक जगह तो दूसरी जगह ट्रांसफर करना उन्होंने आप प्रोसैस मॉडल के करांगे। प्रोसैस इज अ वर्क और एक्शन परफॉर्मड ऑन इनकमिंग डाटा फ्लो टू प्रोड्यूस आउटगोइंग डाटा फ्लो। इनकमिंग डाटा कितना डाटा आ रहा है तो कितना बाहर जा रहा है, वो फ्लो में ये जोड़ा है प्रोसैस डिफाइन करता है। ਹੁਣ देखो DFD की एक एग्जाम्पल लीती हुई है, कस्टमर है, कस्टमर ने कोई भी ऑर्डर दिता है तो ऑर्डर लैके कस्टमर का फिर चैक होगा वह स्टेटस, ठीक है। वेयर हाउस के रिक्वेस्ट पास हुई फिर स्टेटस जो चैक किया जाता है। चैक करने तो बाद कहते हूँ जो कस्टमर है कोई मैसेज भेजा उन्हें वह स्टेटस की आ रहा है वो देखा जाता है, जोड़े पेंडिंग ऑर्डर है वो देखे जाते हैं, शिपिंग ऑर्डर अलग देखे जाते हैं। तो मतलब ये सारा की बनाया हुआ एक पूरा DFD डायग्राम बनाया, ऑर्डर किमें पास आउट होंगे, किहड़े पेंडेंसी च पे है, किहड़े ऑर्डर पूरे हो गए, किहड़े क्यू च लगे हुए हैं, उन्होंने रिपोर्ट तैयार करनी, अकाउंटिंग रिसीवेबल। ये हुण जिहड़ियां लाइन्स आ रही हैं लाइन्स जो समझ गए फ्लो दस रही है, जिहड़ियां ट्रैंगल बॉक्स है जिहड़े क्लोज बॉक्स है ये आपां नूं की दस रहे, एक एंटिटी का सिस्टम दस रहे, बाउंड्री डिफाइन कर रहे हैं, ठीक है। तो जिहड़ियां ओपन ट्रायंगल है ये आपां नूं स्टोरेज की है, तो जिहड़ियां दूसरियां जिहड़ियां मतलब एक लाइन वाली स्केयर बनया होया है उहदे विच आपां नूं की पता लग रहा है भी की इहदे विच प्रोसैसिंग हो रही है, कित्थे कित्थे जाके प्रोसैसिंग हो रही है। उस तो बाद इहदियां एडवांटेज आ गई। एडवांटेज की है DFD दियां, इट गिव्स फर्दर अंडरस्टैंडिंग टू इंटरडिपेंडेंस ऑफ सिस्टम एंड सब सिस्टम, सिस्टम ते सब सिस्टम नूं समझण दे विच हैल्पफुल हुंदा है। करंट सिस्टम दी यूजर नूं नॉलेज प्रोवाइड करन दे विच हैल्पफुल हुंदा है। सिस्टम दे विच किहड़ियां डॉक्यूमेंटेशन फाइल्स स्टोर है उहदे बारे आपां नूं दसदा है। उस तो इलावा हैल्प करता है आपां नूं लॉजिक अंडरलाइन करन वैसे, मतलब की लॉजिक है, लॉजिक ते बेस आपां क्या DFD तां एक सिस्टम के लॉजिक नूं समझण विच अपनी हैल्प करता है। समरी ऑफ द सिस्टम दस देंगे, पूरे सिस्टम की स्टडी करने की जरूरत नहीं, सिर्फ आप की समरी देख के पूरे सिस्टम को समझ सकते हैं। DFD इज़ वेरी ईजी टू फ्लो एरर, उस तो इलावा जो कोई एरर भी आ जाता है ना तो एरर कढ़न के भी ये होंगे हैल्पफुल होंगे। डिसएडवांटेज की है DFD इज़ लाइकली टू टेक मैनी अल्टरनेटिव बिफोर एग्रीमेंट विद द यूजर। ये कहते अपन एग्रीमेंट बहुत करने पैंते हैं जो भी DFD आप कुछ परचेज करते हैं चलाने हैं प्रोसैसिंग, उससे पहले अग्रीमेंट होंगे उन्होंने फाइनलाइज करके ही आप रन कर सकते हैं। फिजिकल कंसीडरेशनस आर यूजली लैफ्ट आउट, ये आप लॉजिक के बेस है फिजिकल कंसीडरेशनस है कंसीडर करना उन्होंने बहुत घट लैवल पर होंगे। इट इज़ डिफिकल्ट टू अंडरस्टैंड बिकॉज इट एम्बीजियस टू यूज टू लिटल और जे किसी को बहुत घट लिटल नॉलेज मतलब बहुत घट नॉलेज होनी, जो अपन किसी चीज़ की घट नॉलेज होंगी है तो कहते वो अपने लिए की हो सकती है डेंजरस हो सकती है, क्योंकि पूरा आप चीज़ को समझ नहीं पाते, इसलिए उन्होंने हालातों के बहुत ज़्यादा सक्सैसफुल नहीं रहता। ठीक है जी। उस तो बाद ये अपने को टॉपिक आ जाता है डाटा डिक्शनरी। डाटा डिक्शनरी की होंगी है, ये भी स्ट्रक्चर डिस्पैरिटी सिस्टम की एक अनदर टाइप है, जिमें DFD है तो ये अगला की आ जाता डाटा डिक्शनरी आ जाए। ऑल दो वी गिव डिस्क्रिप्टिव नेम टू डाटा फ्लो प्रोसैस इज DFD, इट डज नॉट गिव द डिटेल। कहते DFD के किसी चीज़ की डिटेल नहीं दी जाती, बस एक डाटा फ्लो जरूर शो होंगे लेकिन डिटेल नहीं शो होंगी। हैज़ टू कीप द डिटेल ऑफ कंटेंट्स आप की यूज़ करांगे डाटा डिक्शनरी। किसी भी प्रोसैस जोड़े कंटेंट्स प्रोसैसिंग हुई है उन्होंने बारे आप डिटेल के इन्फॉर्मेशन चाहते हैं तो आपको कि मिलती है डाटा डिक्शनरी के मिलती है। एरिया 3 क्लासेस है। सब तो पहले है डाटा एलीमेंट्स। डाटा एलीमेंट्स की है, दिस इज़ अ स्मॉलर यूनिट ऑफ डाटा, डाटा का सब तो छोटा यूनिट है जिन्होंने अगे डीकंपोजिशन नहीं की जा सकती, अगे डिवाइड नहीं होता। डाटा एलीमेंट्स जी है कहते
ਫਰਦਰ ਡੀਕੰਪੋਜੀਸ਼ਨ ਇਜ਼ ਨਾਟ ਪੋਸੀਬਲ। ਡਾਟਾ ਐਲੀਮੈਂਟਸ ਦੀ ਅੱਗੇ ਡੀਕੰਪੋਜੀਸ਼ਨ ਜਿਹੜੀ ਉਹ ਪੋਸੀਬਲ ਨਹੀਂ ਹੁੰਦੀ। ਸਮੋਲੈਸਟ ਯੂਨਿਟ ਹੁੰਦਾ ਇਹ ਸਭ ਤੋਂ ਜ਼ਿਆਦਾ। ਫਿਰ ਆ ਗਿਆ ਡਾਟਾ ਸਟਰਕਚਰ। ਡਾਟਾ ਸਟਰਕਚਰ ਦੇ ਵਿੱਚ ਕੀ ਹੈ, ਇਹ ਗਰੁੱਪ ਆਫ ਐਲੀਮੈਂਟ ਹੁੰਦਾ ਜਿਹਦੇ ਅੱਗੇ ਯੂਨਿਟ ਹੁੰਦੇ ਆ। ਡਾਟਾ ਫਲੋ ਐਂਡ ਡਾਟਾ ਸਟੋਰ, ਜਿੱਥੇ ਆਪਣਾ ਡਾਟਾ ਦਾ ਫਲੋ ਕੀ ਮੋਸ਼ਨ ਕੀ ਹੈ ਅਤੇ ਕਿੰਨਾ ਡਾਟਾ ਸਟੋਰ ਕੀਤਾ ਜਾਊਗਾ ਉਹਦੇ ਬਾਰੇ ਦੱਸਿਆ ਜਾਂਦਾ ਹੈ। ਇਹ ਡਾਇਗਰਾਮੈਟਿਕਲੀ ਹੋ ਗਿਆ। ਪਹਿਲਾ ਪੁਆਇੰਟ ਡਾਟਾ ਐਲੀਮੈਂਟਸ ਹੋ ਗਿਆ, ਡਾਟਾ ਸਟਰਕਚਰ ਹੋ ਗਿਆ, ਫਿਰ ਆਪਣੇ ਕੋਲ ਡਾਟਾ ਫਲੋ ਅਤੇ ਡਾਟਾ ਸਟੋਰੇਜ ਆ ਗਈ। ਹੁਣ ਡਾਟਾ ਡਿਕਸ਼ਨਰੀ ਦੀ ਐਡਵਾਂਟੇਜ ਕੀ ਹੈ, ਇਟ ਵਰਕਸ ਵੈਲਿਊਏਬਲ ਰੈਫਰੈਂਸ। ਇੱਕ ਤਾਂ ਆਪਾਂ ਨੂੰ ਵੈਲਿਊਏਬਲ ਜਿਹੜੀ ਯੂਜ਼ੇਬਲ ਇਨਫੋਰਮੇਸ਼ਨ ਆ ਉਹਦੇ ਬਾਰੇ ਦੱਸਦਾ। ਕਮਿਊਨੀਕੇਸ਼ਨ ਨੂੰ ਇੰਪਰੂਵ ਕਰਦਾ। ਡਿਸਕ੍ਰਿਪਟਿਵ ਹੁੰਦਾ, ਡਿਸਕ੍ਰਿਪਸ਼ਨ ਦਿੰਦਾ ਕਿਸੇ ਵੀ ਚੀਜ਼ ਦੀ। ਕ੍ਰੋਸ ਰੈਫਰੈਂਸ ਹੁੰਦੀ ਹੈ ਅਤੇ ਬਿਲਡਿੰਗ ਆ ਡਾਟਾਬੇਸ, ਕਿਸੇ ਵੀ ਡਾਟਾਬੇਸ ਨੂੰ ਬਣਾਉਣ ਦੇ ਵਿੱਚ ਆਪਣੀ ਬਹੁਤ ਵਧੀਆ ਹੈਲਪ ਕਰਦਾ। ਡਿਸਐਡਵਾਂਟੇਜ ਕੀ ਹੈ, ਡਾਟਾ ਡਿਕਸ਼ਨਰੀ ਡਜ਼ ਨਾਟ ਪ੍ਰੋਵਾਈਡ ਡਿਟੇਲ। ਆਪਾਂ ਨੂੰ ਕੋਈ ਵੀ ਜ਼ਿਆਦਾ ਬੇਸਿਕ ਡਿਟੇਲ ਜਿੰਨੀ ਆਪਾਂ ਨੂੰ ਚਾਹੀਦੀ ਉਹ ਆਪਾਂ ਨੂੰ ਨਹੀਂ ਪ੍ਰੋਵਾਈਡ ਕਰਦਾ। ਠੀਕ ਹੈ ਸਟੂਡੈਂਟ, ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਕਰਾਂਗੇ। ਨੈਕਸਟ ਵੀਡੀਓ ਦੇ ਵਿੱਚ ਜਿੰਨੇ ਆਪਣੇ ਟੂਲਸ ਰਹਿ ਗਏ ਉਹਨਾਂ ਟੂਲਸ ਨੂੰ ਆਪਾਂ ਕਵਰ ਕਰਦੇ।